ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਨਿਰਵੈਰ 'ਤੇ। ਦੋਸਤੋ, ਮਾਸਟਰ ਕੇਡਰ ਦੀ ਸਿਲੇਬਸ ਦੀ ਤਿਆਰੀ ਆਪਾਂ ਕਰ ਰਹੇ ਸੀ। ਉਹਦੇ ਵਿੱਚ ਆਪਾਂ ਕਵਿਤਾ ਭਾਗ ਦੇ ਵਿੱਚ ਭਾਈ ਵੀਰ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਦੋਨੋਂ ਕਵੀ ਕਰ ਚੁੱਕੇ ਹਾਂ। ਤੀਜੇ ਨੰਬਰ 'ਤੇ ਆਉਂਦੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਬਾਰੇ ਕਰਾਂਗੇ ਅੱਜ। ਚਲੋ ਸਟਾਰਟ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 1881 1931 ਤੱਕ ਰਹੇ ਨੇ। ਕਵੀ ਅਤੇ ਵਿਗਿਆਨੀ, ਰਸਾਇਣ ਇੰਜੀਨੀਅਰ ਸਨ। ਉਹਨਾਂ ਨੂੰ ਆਤਮਾ ਦੇ ਕਵੀ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ ਜੀ। ਨੈਕਸਟ ਇਹ ਨੇ ਜੀ ਪ੍ਰੋਫੈਸਰ ਪੂਰਨ ਸਿੰਘ, ਜਨਮ 17 ਫਰਵਰੀ 1881, ਪਿੰਡ ਸਲਹਟ, ਜ਼ਿਲ੍ਹਾ ਐਬਟਾਬਾਦ, ਪੋਠੋਹਾਰ, ਪੱਛਮੀ ਪੰਜਾਬ। ਮੌਤ 31 ਮਾਰਚ 1931, ਉਮਰ 50 ਸਾਲ ਸੀ। ਦੇਹਰਾਦੂਨ ਵਿਖੇ ਹੋਈ ਹੈ ਡੈਥ। ਕੌਮੀਅਤ ਭਾਰਤੀ, ਨਸਲੀਅਤ ਪੰਜਾਬੀ। ਸਿੱਖਿਆ ਯੂਨੀਵਰਸਿਟੀ ਡਿਗਰੀ ਜਾਪਾਨ ਤੋਂ ਹਾਸਲ ਕੀਤੀ ਹੈ। ਕਿੱਤਾ ਵਿਗਿਆਨੀ ਸੀ, ਕਵੀ ਸੀ। ਪ੍ਰਮੁੱਖ ਕੰਮ ਅੰਗਰੇਜ਼ੀ। ਸਿਸਟਰਸ ਆਫ ਦਾ ਸਪਿਨਿੰਗ ਵੀਲ 1921, ਅਨਸਟਰਗ ਬੀਡਸ 1923, ਦ ਸਪਿਰਿਟ ਆਫ ਓਰੀਐਂਟਲ ਪੋਇਟਰੀ 1926, ਦ ਬੁੱਕ ਆਫ 10 ਮਾਸਟਰਸ, ਦ ਸਪਿਰਿਟ ਬੋਰਨ ਪੀਪਲ, ਸਵਾਮੀ ਰਾਮਾ। ਪੰਜਾਬੀ ਜੋ ਕਵਿਤਾ ਉਹਨਾਂ ਦੀ ਖੁੱਲ੍ਹੇ ਮੈਦਾਨ ਸਭ ਤੋਂ ਜ਼ਿਆਦਾ ਮਸ਼ਹੂਰ ਰਹੀ ਹੈ। ਉਸ ਤੋਂ ਅੱਗੇ ਖੁੱਲ੍ਹੇ ਘੁੰਡ, ਖੁੱਲ੍ਹੇ ਲੇਖ ਉਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ। ਜੀਵਨ ਸਾਥੀ ਇੱਕ ਰਚਨਾ ਜੀ, ਖੁੱਲ੍ਹੇ ਅਸਮਾਨੀ ਰੰਗ। ਜੀਵਨ ਸਾਥੀ ਮਾਇਆ ਦੇਵੀ, ਔਲਾਦ ਜੋ ਸਨ ਪਿਤਾ ਉਹਨਾਂ ਦੇ ਕਰਤਾਰ ਸਿੰਘ। ਜੀਵਨ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਸਲਹਟ ਐਬਟਾਬਾਦ ਵਿਖੇ ਇੱਕ ਆਹਲੂਵਾਲੀਆ ਪਰਿਵਾਰ, ਪਿਤਾ ਕਰਤਾਰ ਸਿੰਘ, ਮਾਤਾ ਪਰਮਾ ਦੇਵੀ ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਸਲਹਟ ਵਿੱਚ ਆਬਕਾਰੀ ਵਿਭਾਗ ਵਿੱਚ ਕੰਮ ਕਰਦੇ ਸਨ। ਪ੍ਰੋਫੈਸਰ ਪੂਰਨ ਸਿੰਘ ਨੇ ਹਾਈ ਸਕੂਲ 1897 ਵਿੱਚ ਰਾਵਲਪਿੰਡੀ ਤੋਂ ਪਾਸ ਕੀਤਾ ਅਤੇ ਇੰਟਰ DAV ਕਾਲਜ ਲਾਹੌਰ ਤੋਂ 1899 ਵਿੱਚ ਕੀਤੀ। 28 ਸਤੰਬਰ 1900 ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਜਰਮਨ ਅਤੇ ਜਾਪਾਨੀ ਭਾਸ਼ਾ ਸਿੱਖੀ। ਭਾਰਤ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਵਿਸ਼ਿਆਂ 'ਤੇ ਭਾਸ਼ਣ ਦੇਣਾ ਉਹਨਾਂ ਦਾ ਸ਼ੁਗਲ ਸੀ। ਕੁਝ ਦੇਰ ਲਈ ਉਹਨਾਂ ਅੰਗਰੇਜ਼ੀ ਪੱਤਰਿਕਾ ਦੀ ਥੰਡਰਿੰਗ ਡੌਨ ਵੀ ਪ੍ਰਕਾਸ਼ਿਤ ਕੀਤੀ, ਜੋ ਮੁੱਖ ਤੌਰ 'ਤੇ ਅੰਗਰੇਜ਼ੀ ਦਬਦਬੇ ਵਾਲੇ ਰਾਜ ਦੇ ਖਿਲਾਫ ਆਵਾਜ਼ ਉਠਾਉਂਦੀ ਸੀ। ਜਾਪਾਨ ਵਿੱਚ ਉਹਨਾਂ ਦੀ ਮੁਲਾਕਾਤ ਸਵਾਮੀ ਰਾਮ ਤੀਰਥ ਨਾਲ ਹੋਈ, ਜਿਨ੍ਹਾਂ ਦੇ ਪ੍ਰਭਾਵ ਹੇਠ ਉਹਨਾਂ ਨੇ ਕੇਸ ਕਟਵਾ ਲਏ ਸੀ। ਠੀਕ ਹੈ ਜੀ, ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਪ੍ਰੋਫੈਸਰ ਪੂਰਨ ਸਿੰਘ ਨੇ ਕੇਸ ਕਟਵਾ ਲਏ ਸੀ ਅਤੇ ਸੰਨਿਆਸ ਧਾਰਨ ਕਰ ਲਿਆ ਸੀ। ਬੜੀ ਮੁਸ਼ਕਲ ਨਾਲ ਉਹਨਾਂ ਨੂੰ ਆਪਣੀ ਬਿਮਾਰ ਭੈਣ ਨੂੰ ਮਿਲਾਉਣ ਲਈ ਹਿੰਦੁਸਤਾਨ ਘਰ ਵਾਪਸ ਆਉਣ 'ਤੇ ਰਾਜ਼ੀ ਕੀਤਾ ਗਿਆ। 4 ਮਾਰਚ 1904 ਨੂੰ ਸ਼੍ਰੀਮਤੀ ਮਾਇਆ ਦੇਵੀ ਨਾਲ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ। ਰਚਨਾਵਾਂ ਅੰਗਰੇਜ਼ੀ। ਦ ਸਿਸਟਰਸ ਆਫ ਸਪਿਨਿੰਗ ਵੀਲ ਅੰਗਰੇਜ਼ੀ ਰਚਨਾਵਾਂ ਸਨ। 1921 ਦੇ ਵਿੱਚ ਨੰਬਰ 2 ਅਨਸਟਰਿੰਗ ਬੀਡਸ 1923 ਦੇ ਵਿੱਚ ਉਹਨਾਂ ਦੀ ਅੰਗਰੇਜ਼ੀ ਰਚਨਾ ਹੈ ਜੀ। ਦ ਸਪਿਰਿਟ ਆਫ ਓਰੀਐਂਟਲ ਪੋਇਟਰੀ 1926, ਦ ਬੁੱਕ ਆਫ ਨੌਨ ਮਾਸਟਰਸ। ਉਸ ਤੋਂ ਅੱਗੇ ਜੀ ਦ ਲਾਈਫ ਆਫ ਸਵਾਮੀ ਰਾਮ ਤੀਰਥ, ਦ ਵਾਇਸ ਆਫ ਵਿੰਡਸ ਐਂਡ ਵਾਟਰਸ, ਗੁਰੂ ਨਾਨਕਸ ਰਬਾਬ, ਮਾਈ ਬਾਬਾ, ਗੁਰੂ ਗੋਬਿੰਦ ਸਿੰਘ, ਔਨ ਪਾਥ ਆਫ ਲਾਈਫ ਐਂਡ ਜੁਪਜੀ। ਉਹਨਾਂ ਦੀਆਂ ਕੁਝ ਇਹ ਇੰਗਲਿਸ਼ ਰਚਨਾਵਾਂ ਹਨ। ਪੰਜਾਬੀ ਦੇ ਵਿੱਚ ਉਹਨਾਂ ਦੇ ਕਾਲ ਸੰਗ੍ਰਹਿ ਹਨ ਜੀ। ਬੁੱਕ ਹੈ ਜੀ ਉਹਨਾਂ ਦੀ ਖੁੱਲ੍ਹੇ ਮੈਦਾਨ ਪੋਇਟਰੀ ਦੀ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ। ਨਾਵਲ ਹੋਏ ਨੇ ਜੀ ਪ੍ਰਕਾਸ਼ਨਾ ਭਗੀਰਥ ਅਤੇ ਹੋਰ। ਖੁੱਲ੍ਹੇ ਲੇਖ ਉਹਨਾਂ ਦਾ ਕੀ ਹੈ ਜੀ, ਨਿਬੰਧ ਸੰਗ੍ਰਹਿ ਹੈ। ਅਨੁਵਾਦ ਕੀਤਾ ਜੀ ਉਹਨਾਂ ਨੇ ਅਬਚਲੀ ਜੋਤ, ਕਲਾ ਅਤੇ ਕਲਾਧਾਰੀ ਦੀ ਪੂਜਾ, ਬੌਣੇ ਬੂਟੇ, ਸੋਹਣੀ, ਮੌਲਾ ਸ਼ਾਹ, ਮਾਇਆ ਦੀ ਜਾਗ,
ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਨਵਾਂ ਅਤੇ ਵਿਲੱਖਣ ਪ੍ਰਦਾਨ ਕੀਤਾ ਹੈ। ਉਹ ਤੀਖਣ ਸੰਵੇਦਨਾ ਨਾਲ ਵਰਸਾਇਆ ਸੀ ਜਿਸ ਵਿੱਚ ਪੱਛਮੀ ਸਾਹਿਤਿਕ ਚੇਤਨਾ, ਓਰੀਐਂਟਲ ਰਹੱਸਵਾਦ ਅਤੇ ਧਾਰਮਿਕ ਜੋਸ਼ ਨਾਲ ਅਜਬ ਤਰ੍ਹਾਂ ਨਾਲ ਇੱਕ ਮਿਕ ਮਿਲਦਾ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਅੰਦਾਜ਼ੇ ਬਿਆਨ ਦੀ ਵਿਲੱਖਣਤਾ ਉਹਨਾਂ ਦੇ ਹਰ ਨਿਬੰਧ ਅਤੇ ਕਵਿਤਾ ਦੇ ਹਰੇਕ ਸ਼ਬਦ, ਵਾਕ ਅਤੇ ਪੈਰੇ ਵਿੱਚੋਂ ਝਲਕਾਰੇ ਮਾਰਦੀ ਹੈ। ਪੰਜਾਬੀ ਹਿੰਦੀ ਤੋਂ ਇਲਾਵਾ ਉਸ ਨੇ ਆਪਣੀ ਕਾਫੀ ਰਚਨਾ ਅੰਗਰੇਜ਼ੀ ਵਿੱਚ ਹੀ ਕੀਤੀ। ਪੰਜਾਬੀ ਵਿੱਚ ਉਸ ਦੇ 2 ਕਾਵਿ ਸੰਗ੍ਰਹਿ ਖੁੱਲ੍ਹੇ ਮੈਦਾਨ ਅਤੇ ਖੁੱਲ੍ਹੇ ਕੁੰਡ ਮਿਲਦੇ ਹਨ। ਇਸ ਤੋਂ ਇਲਾਵਾ ਉਸ ਦੀਆਂ ਰਚਨਾਵਾਂ ਦਾ ਸੰਪਾਦਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਵੱਲੋਂ ਪੂਰਨ ਸਿੰਘ ਜੀਵਨ ਅਤੇ ਕਵਿਤਾ ਨਾਂ ਹੇਠ ਵੀ ਕੀਤਾ ਗਿਆ ਹੈ। ਇਸ ਵਿੱਚ ਡਾਕਟਰ ਰੰਧਾਵਾ ਨੇ ਪੂਰਨ ਸਿੰਘ ਦੀ ਕਵਿਤਾ ਨੂੰ ਖੁੱਲ੍ਹੇ ਅਸਮਾਨੀ ਰੰਗ ਭਾਗ ਦੂਜਾ ਬਾਰ ਦੇ ਰੰਗ ਬਦਲਦੇ ਦੀਵੇ ਸਿਰਲੇਖ ਦੇ ਕੇ ਛਾਪਿਆ ਹੈ। ਉਸ ਦੀ ਨਿਬੰਧਾਂ ਦੀ ਪੁਸਤਕ ਖੁੱਲ੍ਹੇ ਲੇਖ ਪੂਰਨ ਸਿੰਘ ਦੀ ਸੁਤੰਤਰ ਲੇਖਣੀ ਤੇ ਆਜ਼ਾਦ ਸ਼ੈਲੀ ਦੀ ਪ੍ਰਤੀਕ ਕਹੀ ਜਾ ਸਕਦੀ ਹੈ। ਪੰਜਾਬੀ ਖੁੱਲ੍ਹੀ ਕਵਿਤਾ ਦਾ ਆਗਾਜ਼ ਕੀਤਾ ਜੀ ਪ੍ਰੋਫੈਸਰ ਪੂਰਨ ਸਿੰਘ ਦੁਆਰਾ। ਵਾਲਟ ਵਿਟਮੈਨ ਦੀ ਕਵਿਤਾ ਦੀ ਪੁਸਤਕ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਜਾਂਦਾ ਹੈ। 1923 ਵਿੱਚ ਪ੍ਰਕਾਸ਼ਿਤ ਹੋਈ ਉਹਨਾਂ ਦੀ ਪੁਸਤਕ ਖੁੱਲ੍ਹੇ ਮੈਦਾਨ ਪੰਜਾਬੀ ਖੁੱਲ੍ਹੀ ਕਵਿਤਾ ਦੀ ਪਹਿਲੀ ਪੁਸਤਕ ਹੈ ਜੀ ਖੁੱਲ੍ਹੇ ਮੈਦਾਨ। ਉਹਨਾਂ ਦੀ ਖੁੱਲ੍ਹੀ ਕਵਿਤਾ ਰਚੀ ਹੈ। ਪੂਰਨ ਨਾਥ ਜੋਗੀ ਉਹਨਾਂ ਦੁਆਰਾ ਲਿਖੀ ਪਹਿਲੀ ਪੰਜਾਬੀ ਖੁੱਲ੍ਹੀ ਕਵਿਤਾ ਹੈ। 4 ਮੁੱਖ ਘਟਨਾਵਾਂ, ਜਾਪਾਨ ਵਿੱਚ ਰਹਿਣਾ, ਅਮਰੀਕੀ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ। ਪ੍ਰੋਫੈਸਰ ਪੂਰਨ ਸਿੰਘ ਆਪਣੀ ਕਿਤਾਬ ਵਾਲਟ ਵਿਟਮੈਨ ਐਂਡ ਸਿੱਖ ਇੰਸਪੀਰੇਸ਼ਨ ਵਿੱਚ ਲਿਖਦਾ ਹੈ, ਵਾਲਟ ਵਿਟਮੈਨ was a Sikh born in America। ਉਹ ਵਾਲਟ ਵਿਟਮੈਨ ਦੇ ਨਾਲ ਹੋਰ ਵਿਦੇਸ਼ੀ ਕਵੀਆਂ ਵਿੱਚ ਵੀ ਸਿੱਖ ਸੂਰਤਾਂ ਦੀਆਂ ਚਮਕਾਂ ਦੇਖਦੇ ਹਨ। ਗੋਇਟੇ ਜਰਮਨੀ ਦਾ ਗਾਉਂਦਾ ਮਿੱਠਾ ਉਹ ਕਵੀ ਗੁਰੂ ਸੁਰਤ ਦਾ ਹੈ। ਫਰਾਂਸ ਦਾ ਥੋਰੋ ਪੀਂਦਾ ਰਸ ਗੀਤਾ ਉਪਨਿਖਦ ਕਾਵਿ ਦਾ ਐਮਰਸਨ ਤੇ ਵਿਟਮੈਨ ਐਸੇ ਕਾਵਜ਼ ਰਸ ਤੇ ਮੋਹੇ ਪਏ ਇਹਨਾਂ ਕਵੀਆਂ ਵਿੱਚ ਹਨ ਸਿੱਖ ਸੂਰਤਾਂ ਦੀਆਂ ਚਮਕਾਂ ਦੂਰ ਦੂਰ ਕਦੀ ਵੇਖਦੀਆਂ ਗੁਰੂ ਸੁਰਤ ਦੇ ਲਿਸ਼ਕਾਰੇ ਕਰਾਰੇ ਗੁਰੂ ਅਵਤਾਰ ਸੁਰਤ। ਵਾਲਟ ਵਿਟਮੈਨ ਅਤੇ ਗੇਟੇ ਦੇ ਇਲਾਵਾ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਪੱਛਮੀ ਚਿੰਤਕਾਂ ਵਿੱਚ ਤਾਲਸਤਾਏ, ਕਾਰਲਾਇਲ, ਐਮਰਸਨ, ਪੀਬੀ ਸ਼ੈਲੇ, ਰਿਸਕਨ, ਥੋਰੋ ਆਦਿ ਦੇ ਨਾਂ ਵਿਸ਼ੇਸ਼ ਤੌਰ 'ਤੇ ਲਏ ਜਾ ਸਕਦੇ ਹਨ। ਵਾਲਟ ਵਿਟਮੈਨ ਅਤੇ ਗੇਟੇ ਨੇ ਤਾਂ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੀ ਕੀਤਾ, ਨਾਲ ਉਹਨਾਂ ਨੂੰ ਤਾਲਸਤਾਏ, ਕਾਰਲਾਇਲ, ਐਮਰਸਨ, ਪੀਬੀ ਸ਼ੈਲੇ, ਰਿਸਕਨ ਅਤੇ ਥੋਰੋ ਨੇ ਵੀ ਉਹਨਾਂ ਨੂੰ ਪ੍ਰਭਾਵਿਤ ਕੀਤਾ। ਨੈਕਸਟ ਹੈ ਜੀ ਸਵਾਮੀ ਰਾਮ ਤੀਰਥ, ਜਿਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ। ਅਧਿਆਤਮਵਾਦ ਅਤੇ ਜੀਵਨ ਚਿੰਤਨ ਦੀ ਦ੍ਰਿਸ਼ਟੀ ਤੋਂ ਉਹ ਮਹਾਤਮਾ ਬੁੱਧ, ਸਿੱਖ ਗੁਰੂ ਸਾਹਿਬਾਨ ਅਤੇ ਸਵਾਮੀ ਰਾਮ ਤੀਰਥ ਦੇ ਦਰਸਾਏ ਜੀਵਨ ਆਦਰਸ਼ਾਂ ਤੋਂ ਵੱਖ-ਵੱਖ ਸਮੇਂ ਸੇਧ ਲੈਂਦੇ ਰਹੇ। ਭਾਈ ਵੀਰ ਸਿੰਘ ਨਾਲ ਉਹਨਾਂ ਦਾ ਮਿਲਾਪ ਉਹਨਾਂ ਦੇ ਮਨ 'ਤੇ ਡੂੰਘਾ ਪ੍ਰਭਾਵ ਪਾਇਆ। ਸਿਆਲਕੋਟ ਵਿੱਚ 1912 ਵਿੱਚ ਭਾਈ ਵੀਰ ਸਿੰਘ ਨਾਲ ਹੋਈ ਮੁਲਾਕਾਤ ਉਹਨਾਂ ਦੀ ਤੇਜ਼ੀ ਨਾਲ ਘੁੰਮ ਰਹੀ ਰੂਹ ਨੂੰ ਇੱਕ ਮਰਕਜ਼ ਤੇ ਠਹਿਰਾਣ ਵਿੱਚ ਇੱਕ ਆਖਰੀ ਮੋੜ ਸਾਬਤ ਹੋਈ। ਨਤੀਜਨ ਉਹ ਮੁੜ ਸਿੱਖੀ ਘਰ ਵਿੱਚ ਆ ਗਏ। ਜੋ ਸਵਾਮੀ ਰਾਮ ਤੀਰਥ ਦੇ ਪ੍ਰਵਾਹ ਹੇਠ ਉਹਨਾਂ ਨੇ ਕੇਸ ਆਪਣੇ ਜੋ ਕਟਵਾ ਲਏ ਸੀ, ਔਰ ਭਾਈ ਵੀਰ ਸਿੰਘ ਦੇ ਪ੍ਰਵਾਹ ਹੇਠ ਆ ਕੇ ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਹੈ ਤਾਂ ਉਹਨਾਂ ਨੇ ਫਿਰ ਸਿੱਖੀ ਘਰ ਵਿੱਚ ਆ ਗਏ, ਮਤਲਬ ਕਿ ਫਿਰ ਉਹਨਾਂ ਨੇ ਕੇਸ ਧਾਰਨ ਕਰ ਲਏ। ਉਹਨਾਂ ਦੀਆਂ ਉਸਾਰੂ ਸ਼ਕਤੀਆਂ ਨੂੰ ਵਧੇਰੇ ਉਤਸ਼ਾਹ ਤੇ ਇੱਕ ਕੇਂਦਰ ਬਿੰਦੂ ਮਿਲ ਗਿਆ ਸੀ। ਪੂਰਨ ਸਿੰਘ ਵਿਗਿਆਨ ਤੇ ਸਾਹਿਤ ਵਿੱਚ ਸਹਿਜ ਨਾਲ ਹੀ ਇੱਕ ਮੇਲ ਪੈਦਾ ਕਰ ਲੈਂਦਾ ਸੀ। ਦੋਵਾਂ ਖੇਤਰਾਂ ਵਿੱਚ ਉਸ ਦੀਆਂ ਪ੍ਰਾਪਤੀਆਂ ਲਾਮਿਸਾਲ ਹਨ। ਉਹ ਵਿਗਿਆਨਿਕ ਤਜਰਬਿਆਂ 'ਤੇ ਕਾਫੀ ਸਮਾਂ ਲਗਾਉਂਦੇ ਸਨ ਅਤੇ ਓਨਾ ਹੀ ਸਮਾਂ ਆਪਣੇ ਮਹਿਮਾਨਾਂ, ਸਾਧੂਆਂ ਅਤੇ ਅਗਾਂਹ ਵਧੂ ਲੋਕਾਂ ਨੂੰ ਦਿੰਦਾ ਸੀ। ਉਹ ਕੁਦਰਤ 'ਤੇ ਸਭ ਤੋਂ ਵੱਡੀ ਗੱਲ ਹੈ, ਕੁਦਰਤ 'ਤੇ ਸੁੰਦਰਤਾ ਦਾ ਮਤਵਾਲਾ ਸੀ।
ਅਤੇ ਉਸ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਵਿੱਚ ਸੁੰਦਰ ਅਤੇ ਕੋਮਲ ਕਵਿਤਾ ਰਚੀ। ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਹਨਾਂ ਦੀ ਮੁਹਾਰਤ ਬਹੁਤ ਜ਼ਿਆਦਾ ਸੀ, ਬਹੁਤ ਵਧੀਆ ਉਹਨਾਂ ਨੇ ਕਵਿਤਾਵਾਂ ਲਿਖੀਆਂ ਨੇ। ਅਨੁਵਾਦ ਕੀਤਾ ਜੀ ਉਹਨਾਂ ਨੇ। ਪੱਛਮੀ ਸਾਹਿਤ ਦੇ ਪ੍ਰਸਿੱਧ ਗ੍ਰੰਥਾਂ ਨੂੰ ਅਨੁਵਾਦ ਕਰਨ ਦਾ ਕਾਰਜ ਵੀ ਪ੍ਰੋਫੈਸਰ ਪੂਰਨ ਸਿੰਘ ਵੱਲੋਂ ਬਖੂਬੀ ਕੀਤਾ ਗਿਆ। ਤਾਲ ਸਤਾਏ ਦੇ ਸੰਸਾਰ ਪ੍ਰਸਿੱਧ ਨਾਵਲ ਰੀਜਾਰਕਸ਼ਨ ਨੂੰ ਮੋਇਆਂ ਦੀ ਜਾਗ, ਐਂਬਰਸਨ ਦੀ ਰਚਨਾ ਐਸ ਆਫ ਦੀ ਪੋਇਟ ਨੂੰ ਅਬਚਲੀ ਜੋਤ ਕਿਹਾ ਅਤੇ ਕਾਰਲਾਈਲ ਦੀ ਪੁਸਤਕ ਹੀਰੋ ਐਂਡ ਹੀਰੋ ਵਰਸ਼ਿਪ ਨੂੰ ਕਲਾਧਾਰੀ ਪੂਜਾ ਨਾਂ ਹੇਠ ਅਨੁਵਾਦ ਕਰਕੇ ਛਪਵਾਇਆ। ਉਹਨਾਂ ਦੀਆਂ ਬਹੁਤ ਸਾਰੀਆਂ ਅੰਗਰੇਜ਼ੀ ਕਹਾਣੀਆਂ, ਕਵਿਤਾਵਾਂ, ਦਰਸ਼ਨਿਕਤਾ ਅਤੇ ਆਮ ਵਾਕਫੀਅਤ ਨਾਲ ਸੰਬੰਧਿਤ ਲੇਖ ਆਦਿ ਫੁਟਕਲ ਰਚਨਾਵਾਂ ਦੇ ਰੂਪ ਵਿੱਚ ਮੌਜੂਦ ਹਨ। ਹਿੰਦੀ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੇ ਕੁਝ ਨਿਬੰਧ ਵੱਖ-ਵੱਖ ਹਿੰਦੀ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਹਨਾਂ ਨਿਬੰਧਾਂ ਵਿੱਚ ਮਜ਼ਦੂਰੀ ਆਫ ਪ੍ਰੇਮ, ਵਾਲਟ ਵਿਟਮਨ, ਕੰਨਿਆਦਾਨ, ਨੈਨੋ ਕੀ ਗੰਗਾ, ਪਵਿੱਤਰਤਾ, ਸੱਚੀ ਵੀਰਤਾ ਅਤੇ ਆਚਰਣ ਕੀ ਸੱਭਿਅਤਾ ਉਹਨਾਂ ਦੀਆਂ ਕੁਝ ਹਿੰਦੀ ਰਚਨਾਵਾਂ ਹਨ। ਫਿਰ ਦੁਬਾਰਾ ਤੋਂ ਰਿਪੀਟ ਕਰ ਲੈਂਦੇ ਹਾਂ। ਮਜ਼ਦੂਰੀ ਆਫ ਪ੍ਰੇਮ, ਵਾਲਟ ਵਿਟਮੈਨ, ਕੰਨਿਆਦਾਨ, ਨੈਨੋ ਕੀ ਗੰਗਾ, ਪਵਿੱਤਰਤਾ, ਸੱਚੀ ਵੀਰਤਾ ਅਤੇ ਆਚਰਣ ਕੀ ਸੱਭਿਅਤਾ ਵਿਸ਼ੇਸ਼ ਹਨ। ਹੋਰ ਕੰਮ ਉਹਨਾਂ ਨੇ ਕੀਤੇ ਨੇ ਜੀ। ਈਸ਼ਰ ਦਾਸ ਤੇ ਰਾਏ ਬਹਾਦਰ ਸ਼ਿਵ ਨਾਥ ਨਾਲ ਮਿਲ ਕੇ ਲਾਹੌਰ ਵਿਖੇ ਉਸ ਨੇ ਜ਼ਰੂਰੀ ਤੇਲਾਂ ਦੀ ਅਬਕਾਰੀ ਭੱਠੀ ਲਗਾਈ ਅਤੇ ਥਾਈਮੋਲ, ਫੈਨਲ ਅਤੇ ਲੈਮਨ ਆਇਲ ਪੈਦਾ ਕਰਨ ਦਾ ਕੰਮ ਸ਼ੁਰੂ ਕੀਤਾ। ਉਸ ਦੇ ਭਾਈਵਾਲਾਂ ਦੀ ਧੋਖੇਬਾਜ਼ੀ ਕਾਰਨ ਉਸ ਇਹ ਕਾਰੋਬਾਰ ਛੱਡ ਦਿੱਤਾ। ਭੱਠੀਆਂ ਢਾਹ ਕੇ ਸਵਾਮੀ ਰਾਮ ਤੀਰਥ ਦੇ ਚੇਲੇ ਜੋਤੀ ਸਰੂਪ ਕੋਲ ਦੇਹਰਾਦੂਨ ਆ ਟਿਕਿਆ। ਦਸੰਬਰ 1904 ਵਿੱਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਦਾ ਪ੍ਰਿੰਸੀਪਲ ਬਣ ਕੇ ਉਹ ਲਾਹੌਰ ਪਰਤ ਆਇਆ। ਇੱਥੇ ਥੰਡਰਿੰਗ ਦਾਨ ਪੱਤਰਿਕਾ ਦੀ ਮੁੜ ਸ਼ੁਰੂਆਤ ਕੀਤੀ ਤੇ ਲਾਲਾ ਹਰਦਿਆਲ ਤੇ ਖੁਦਾਦਾਦ ਵਰਗੇ ਅਗਾਂਹ-ਵਧੂ ਵਿਚਾਰਧਾਰਾ ਵਾਲੇ ਲੋਕਾਂ ਨਾਲ ਉਸ ਦੇ ਸੰਬੰਧ ਪੈਦਾ ਹੋਏ। ਨਵੰਬਰ 1906 ਵਿੱਚ ਪ੍ਰਿੰਸੀਪਲ ਦੀ ਜੋ ਅਹੁਦਾ ਸੀ ਤਿਆਗ ਕੇ ਉਸ ਨੇ ਡੋਈਵਾਲਾ ਦੇਹਰਾਦੂਨ ਵਿਖੇ ਸਾਬਣ ਦਾ ਕਾਰਖਾਨਾ ਲਗਾਇਆ, ਪਰੰਤੂ ਛੇਤੀ ਹੀ ਇਸ ਇੱਕ ਧੰਨਵਾਦ ਨੂੰ ਵੇਚ ਕੇ ਫਰੈਸਟੋ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿਖੇ ਕੈਮਿਸਟ ਦੀ ਨੌਕਰੀ ਕਰ ਲਈ, ਜਿੱਥੋਂ 1918 ਵਿੱਚ ਉਸ ਨੇ ਰਿਟਾਇਰਮੈਂਟ ਲੈ ਲਈ। 1919 ਤੋਂ 1923 ਦੌਰਾਨ ਪਟਿਆਲਾ ਤੇ ਗਵਾਲੀਅਰ ਦੀਆਂ ਰਿਆਸਤੀ ਸਰਕਾਰਾਂ ਵਿੱਚ ਵੀ ਕੁਝ ਦੇਰ ਨੌਕਰੀ ਕੀਤੀ ਤੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। 1930 ਤੋਂ 24 ਵਿੱਚ ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿੱਲ ਵਿੱਚ ਤੇ ਫਿਰ 1928 ਵਿੱਚ ਆਪਣੇ ਸਰਕਾਰ ਤੋਂ ਲੀਜ਼ ਤੇ ਲੀਤੇ ਪਲਾਟ ਤੇ ਰੋਸ਼ਾ ਘਾਹ ਦੀ ਖੇਤੀ ਕੀਤੀ। ਹੜ੍ਹਾਂ ਕਾਰਨ ਉਸ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਇਸ ਨੁਕਸਾਨ ਨੂੰ ਮਹਿਸੂਸ ਨਹੀਂ ਕੀਤਾ ਅਤੇ ਆਪਣੀਆਂ ਰਚਨਾਵਾਂ ਦੇ ਖਰੜਿਆਂ ਨੂੰ ਹੜ੍ਹਾਂ ਤੋਂ ਬਚਾ ਲੈਣ ਵਿੱਚ ਹੀ ਆਪਣੀ ਸਫਲਤਾ ਸਮਝੀ। ਮੌਤ 1930 ਵਿੱਚ ਤਪਦਿਕ ਤੋਂ ਬਿਮਾਰ ਹੋਣ ਕਾਰਨ 31 ਮਾਰਚ 1931 ਨੂੰ ਦੇਹਰਾਦੂਨ ਵਿੱਚ ਹੋਈ। ਬਾਹਰੀ ਸਰੋਤ ਪ੍ਰੋਫੈਸਰ ਪੂਰਨ ਸਿੰਘ ਦਾ ਜੋਹਨ ਸਾਈਮਨ ਦੇ ਨਾਂ 1928 ਵਿੱਚ ਖੁੱਲ੍ਹੀ ਚਿੱਠੀ ਪ੍ਰੋਫੈਸਰ ਪੂਰਨ ਸਿੰਘ ਕਾਵਿ ਪ੍ਰਤਿਭਾ ਲੇਖ ਪੰਜਾਬੀ ਜਾਗਰਣ ਖਬਰ, ਇਹਨਾਂ ਤੋਂ ਕੁਛ ਅਸੀਂ ਹਵਾਲੇ ਲਏ ਹਨ ਜਿਨ੍ਹਾਂ ਤੋਂ ਇਹ ਤਿਆਰ ਕੀਤਾ ਜੀ। ਤਾਂ ਦੋਸਤੋ ਅੱਜ ਅਸੀਂ ਪੜ੍ਹਿਆ ਪ੍ਰੋਫੈਸਰ ਪੂਰਨ ਸਿੰਘ ਬਾਰੇ, ਉਹਨਾਂ ਦੀਆਂ ਰਚਨਾਵਾਂ ਬਾਰੇ, ਉਹਨਾਂ ਨੂੰ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ, ਕੀ ਉਹਨਾਂ ਦੇ ਵਿਸ਼ੇ ਸੀ ਔਰ ਉਹਨਾਂ ਨੂੰ ਪੰਜਾਬੀ ਖੁੱਲ੍ਹੀ ਕਵਿਤਾ ਦੇ ਮੋਢੀ ਕਿਹਾ ਜਾਂਦਾ ਹੈ ਜੀ। ਤਾਂ ਪ੍ਰੋਫੈਸਰ ਪੂਰਨ ਸਿੰਘ ਬਾਰੇ ਆਪਾਂ ਪੜ੍ਹਿਆ ਜੀ। ਤਾਂ ਦੋਸਤੋ ਇਹ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।